ਪੰਜਾਬੀ ਹਮੇਸ਼ਾ ਚੋਟੀ ਦੇ ਕੰਮ ਨੂੰ ਹੀ ਹੱਥ ਪਾਉਂਦੇ ਨੇ। ਉਹ ਕਿਹੜਾ ਕੰਮ ਹੈ ਪੰਜਾਬੀਆਂ ਨੇ ਜਿਹੜਾ ਨਹੀਂ ਕੀਤਾ? ਅੰਕਿਤ ਜੀ ਨੇ ਵੀ ਉਹ ਕੰਮ ਕੀਤਾ ਹੈ ਜੋ ਅਸੰਭਵ ਜਿਹਨੂੰ ਕਹਿੰਦੇ ਨੇ। ਇਹਨੂੰ ਪੈਰ ਦੀ ਜੁੱਤੀ ਨਾ ਸਮਝਿਆ ਜਾਵੇ। ਜੇ ਇਹਨੂੰ ਤੁਸੀਂ ਆਦਰ ਰਿਸਪੈਕਟ ਦਿਓਗੇ, ਵਧਨ ਫੁੱਲਣ ਦਾ ਕੰਮ ਕਰਨ ਦਾ ਮੌਕਾ ਦਿਓਗੇ, ਇਹ ਤੁਹਾਡੇ ਘਰੇ ਬਹਾਰ ਬਣ ਕੇ ਆਊਗੀ, ਜ਼ਹਿਰ ਬਣ ਕੇ ਨਹੀਂ ਆਉਂਦੀ। ਮੈਂ ਇੰਡੈਕਸ ਪੜ੍ਹ ਰਿਹਾ ਤੁਹਾਡੀ ਕਿਤਾਬ ਦਾ। ਤੁਸੀਂ ਲਿਖਦੇ ਹੋ ਵਾਟ ਇਜ਼ ਲਾਈਫ, ਸਟਰੋਂਗ ਰਿਲੇਸ਼ਨਸ਼ਿਪ, ਲੇਅਰਸ ਐਂਡ ਪਲੇਜਰਸ, ਫਾਈਨੈਂਸ਼ੀਅਲ ਕ੍ਰਾਈਸਿਸ। ਇੱਥੇ ਆ ਕੇ ਗਰਾਰੀ ਅੜ ਜਾਂਦੀ ਹੈ ਵੀ ਜਦੋਂ ਪੈਸੇ ਵਾਲੀ ਗੱਲ ਆਉਂਦੀ ਹੈ ਨਾ, ਘਰੇ ਵੀ ਚਾਹੇ ਆਵੇ, ਖਾਸ ਕਰ ਹਸਬੈਂਡ ਵਾਈਫ ਦੇ ਵਿੱਚ, ਉਹ ਕਹਿੰਦਾ ਹਿਸਾਬ ਕਿਤਾਬ, ਉਹ ਕਹਿੰਦਾ ਮੈਂ ਨਹੀਂ ਦੇਣਾ। ਫਿਰ ਇਹਦੇ ਬਾਰੇ ਕੁਝ ਲਿਖਿਆ ਖਾਸ? ਮੇਰੀ ਜ਼ਿਹਨ 'ਚ ਗੱਲ ਕਿਉਂ ਆਈ ਸੀ ਕਿਉਂਕਿ ਮੈਂ 12 ਤੋਂ 13 ਸਾਲ ਦੀ ਕੁੜੀਆਂ ਨਾਲ ਰੇਪ ਹੋਣ ਤੋਂ ਬਾਅਦ ਅੱਗ ਲਾਉਣ ਤੱਕ ਦੀਆਂ ਖਬਰਾਂ ਇੰਡੀਆ ਦੇ ਅਖਬਾਰਾਂ 'ਚ ਇੱਥੇ ਆ ਕੇ ਹੀ ਪੜ੍ਹੀਆਂ, ਬਾਹਰ ਨਹੀਂ ਪੜ੍ਹੀਆਂ। ਬਾਹਰ ਮੈਂ ਕਿਸੇ ਔਰਤ ਦਾ ਰੇਪ ਹੁੰਦਾ ਨਹੀਂ ਸੁਣਿਆ। ਨਾਲ ਰਹਿ ਕੇ ਦੇਖੋ, ਉਹ ਜਦੋਂ ਤੁਹਾਡੇ ਕਲੋਜ਼ ਹੋ ਗਈ, ਉਹ ਤੁਸੀਂ ਉਹਦੇ ਕਲੋਜ਼ ਹੋ ਗਏ, ਤੁਹਾਨੂੰ ਤਾਂ ਵੈਸੇ ਉਹਦੇ ਫੇਸ ਐਕਸਪ੍ਰੈਸ਼ਨ ਤੋਂ ਪਤਾ ਲੱਗ ਜਾਣਾ ਵੀ ਉਹਨੇ ਚਾਹੁੰਦੀ ਕੀ ਆ। ਅੱਛਾ, ਇਹ ਜਿਹੜੇ ਤੁਸੀਂ ਆਈਡੀਆਜ਼ ਦੇ ਰਹੇ ਹੋ ਜਾਂ ਟਿਪਸ ਦੇ ਰਹੇ ਹੋ, ਇਹ ਵਿਆਹੇ ਹੋਏ ਲੋਕਾਂ ਲਈ ਹੈਗੇ ਨੇ ਜਾਂ ਕੁਆਰੀਆਂ ਲਈ ਵੀ ਹੈਗੇ ਨੇ? ਦੇਖੋ ਜੀ, ਜਿਨ੍ਹਾਂ ਦੀ ਗਰਲਫ੍ਰੈਂਡ ਹੈਗੀ ਉਹ ਵੀ ਸਮਝ ਜਾਣਗੇ, ਤੇ ਜਿਨ੍ਹਾਂ ਦੀ ਵਾਈਫ ਹੈਗੀ ਉਹ ਤਾਂ ਵਿਚਾਰੇ ਟ੍ਰੇਨਡ ਹੀ ਹੈ। ਤੁਸੀਂ ਅੱਗੇ ਨਾਲ ਇਹ ਵੀ ਲਿਖਦੇ ਹੋ, ਬਟ ਇਫ ਸ਼ੀ ਵਿਲ ਸਟਾਰਟ ਚੀਟਿੰਗ। ਗੱਲ ਤਾਂ ਇੱਥੇ ਵੀ ਆ ਕੇ ਖੜ ਜਾਂਦੀ ਹੈ। ਇੱਥੇ ਕਿ ਬੜੇ ਪੰਗੇ ਪੈਂਦੇ ਆ। ਰਫੜ ਤਾਂ ਸਾਰਾ ਇਹੀ ਹੈ ਵੀ ਜਦੋਂ ਕਹਿੰਦੇ ਧੋਖਾ ਮਿਲ ਜਾਵੇ ਫਿਰ। ਜਦੋਂ ਤੁਹਾਨੂੰ ਟਾਈਮ ਦੇਣੋਂ ਹਟ ਗਈ, ਤੁਹਾਡੇ ਮਿਲਣ ਬਣਾਉਣ ਤੇ ਉਹਨੇ ਨਾ ਕਰਤੀ, ਨਾ ਤੁਹਾਡੇ ਨਾਲ ਉਹ ਡਿਨਰ ਤੇ ਜਾ ਰਹੀ ਹੈ, ਨਾ ਤੁਹਾਡੇ ਨਾਲ ਉਹ ਫਿਲਮ ਦੇਖਣ ਜਾ ਰਹੀ ਹੈ, ਨਾ ਤੁਹਾਡੇ ਨਾਲ ਉਹ ਸ਼ਾਪਿੰਗ ਤੇ ਜਾ ਰਹੀ ਹੈ, ਸਰ ਫਿਰ ਤੁਹਾਨੂੰ ਵੀ, ਮੈਨੂੰ ਲੱਗਦਾ, ਸਮਝਣਾ ਔਖਾ ਨਹੀਂ ਵੀ ਛੇਤੀ ਕਿਸੇ ਹੋਰ ਦੀ ਗੱਡੀ 'ਚ ਜਾਂਦੀ ਦਿਖੂਗੀ। ਲੇਕਿਨ ਅਤਿਆਚਾਰ ਤਾਂ ਵਿਚਾਰੇ ਮੁੰਡਿਆਂ ਨਾਲ ਵੀ ਬੜਾ ਹੁੰਦਾ ਹੈ। ਕਈ ਅਜਿਹੇ ਕੇਸ ਵੀ ਸਾਹਮਣੇ ਆਏ ਨੇ, ਕਿਉਂਕਿ ਇੱਥੇ ਸਾਡੇ ਦੇਸ਼ ਦੇ ਵਿੱਚ ਤੁਸੀਂ ਸਿਸਟਮ ਦੀ ਗੱਲ ਕੀਤੀ ਹੈ, ਵੂਮਨ ਕਮਿਸ਼ਨ ਹੈਗਾ ਪਰ ਮੈਨ ਕਮਿਸ਼ਨ ਹੈ ਹੀ ਨਹੀਂ, ਅੱਜ ਤੱਕ ਬਣਿਆ ਹੀ ਨਹੀਂ। ਕੀ ਗੱਲ ਮੁੰਡਿਆਂ ਨਾਲ, ਬੰਦਿਆਂ ਨਾਲ ਅਤਿਆਚਾਰ ਨਹੀਂ ਹੁੰਦਾ? ਔਰ ਮੇਰੀ ਬੇਨਤੀ ਇੱਕੋ ਹੀ ਹੈ ਵੀ ਕੋਈ ਵੀ ਕੁੜੀ ਕਿਸੇ ਵੀ ਮੁੰਡੇ ਨੂੰ ਜਾਂ ਲਾਈਫ ਪਾਰਟਨਰ ਨੂੰ ਚੀਟ ਕਰਕੇ ਨਾ ਜਾਵੇ। ਮੁੰਡੇ ਇੰਨੇ ਸੈਂਸਿਟਿਵ ਹੁੰਦੇ ਆ, ਜਿਹਨੂੰ ਪਿਆਰ ਕਰਦੇ ਆ ਦਿਲੋਂ ਕਰਦੇ ਆ, ਵੈਰ ਕਰਦੇ ਆ ਤਾਂ ਵੀ ਦਿਲੋਂ ਕਰਦੇ ਆ, ਤੇ ਫਿਰ ਜੇ ਛੱਡ ਕੇ ਜਾਂਦੇ ਆ ਤਾਂ ਦਿਲੋਂ ਛੱਡ ਕੇ ਜਾਂਦੇ ਆ। ਕਈ ਸੁਸਾਈਡ ਤੱਕ ਵੀ ਕਰ ਲੈਂਦੇ ਆ। ਅਸੀਂ ਗੀਤਾਂ ਦੇ ਵਿੱਚ ਇਹ ਸੁਣਿਆ ਹੈ ਕਿ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ, ਪਰ ਬਠਿੰਡੇ ਦੇ ਹੀ ਇੱਕ ਨੌਜਵਾਨ ਨੇ ਇੱਕ ਨਵੀਂ ਪਿਰਤ ਪਾਈ ਹੈ, ਇੱਕ ਕਿਤਾਬ ਲਿਖ ਕੇ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇੱਕ ਕਿਤਾਬ ਲਿਖਣ ਵਾਲਾ ਬਠਿੰਡੇ ਦਾ ਉਹ ਨੌਜਵਾਨ ਅੰਕਿਤ ਸ਼ਰਮਾ ਸਾਡੇ ਨਾਲ ਮੌਜੂਦ ਹੈ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਅੰਕਿਤ ਜੀ, ਬਹੁਤ ਸਵਾਗਤ ਹੈ ਦ ਖਬਰਸਾਰ ਤੇ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਆਖਦਾ ਸਾਰੇ ਹੀ ਉਹਨਾਂ ਦਰਸ਼ਕਾਂ ਦਾ ਜੋ ਇਸ ਟਾਈਮ ਦੇਖ ਰਹੇ ਨੇ ਦਾ ਖਬਰਸਾਰ ਚੈਨਲ, ਤੇ ਮੈਨੂੰ ਇੱਥੇ ਬੁਲਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅੰਕਿਤ ਜੀ, ਮੈਂ ਪਹਿਲਾਂ ਹੀ ਸਵਾਲ ਇਹ ਪੁੱਛਾਂਗਾ ਵੀ ਪੰਜਾਬੀ ਬੰਦਾ ਹੋਵੇ, ਉਹ ਵੀ ਬਠਿੰਡੇ ਦਾ, ਬਠਿੰਡੇ ਵਾਲੇ, ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਹਟਿਆ ਵੀ ਰਫਲਾਂ ਰੱਖਣ ਦੇ ਸ਼ੌਂਕੀ, ਇਹ ਤੁਸੀਂ ਕਿਹੜੀ ਸ਼ੈ ਨੂੰ ਹੱਥ ਪਾਇਆ? ਦ ਰੀਅਲ ਸ਼ੀ। ਤੁਸੀਂ ਕਿਤਾਬ ਲਿਖੀ ਵੀ ਆ ਤਾਂ ਇੱਕ ਔਰਤ ਤੇ ਉਸ ਸ਼ੈ ਤੇ ਜਿਸ ਨੂੰ ਕਿਹਾ ਜਾਂਦਾ ਵੀ ਅੱਜ ਤੱਕ ਕੋਈ ਸਮਝ ਹੀ ਨਹੀਂ ਪਾਇਆ। ਨਹੀਂ ਸਰ, ਇੱਦਾਂ ਦੀ ਗੱਲ ਨਹੀਂ ਹੈ। ਇਹੀ ਸੋਚ ਬਦਲਣ ਲਈ ਇਹ ਕਿਤਾਬ ਲਿਖੀ ਗਈ ਹੈ। ਔਰਤ ਨੂੰ ਅੱਜ ਤੋਂ ਪਹਿਲਾਂ ਪੈਰ ਦੀ ਜੁੱਤੀ, ਹਵਸ ਦਾ ਸ਼ਿਕਾਰ ਜਾਂ ਦਾਜ ਦੀ ਬਲੀ ਚੜ੍ਹਨ ਵਾਲੀ ਇੱਕ ਇੱਦਾਂ ਦੀ ਸਮਾਜਿਕ ਕਰੂਤੀ ਸਮਝਿਆ ਜਾਂਦਾ ਸੀ, ਜੋ ਕਿ ਨੱਥ ਪਾਉਣੀ ਔਖੀ ਹੋ ਗਈ ਸੀ। ਪਰ ਜਦੋਂ ਦਾ ਅੱਜ ਦੇ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਜਾਣ ਦਾ ਰੁਖ ਕੀਤਾ, ਦਾਜ ਨੂੰ ਤਾਂ ਜ਼ਰੂਰ ਨੱਥ ਪੈ ਗਈ, ਪਰ ਔਰਤ ਦੇ ਪ੍ਰਤੀ ਹੋ ਰਹੀ ਜਿਹੜੀ ਹਿੰਸਾ, ਉਹਨੂੰ ਹਲੇ ਤੱਕ ਨੱਥ ਨਹੀਂ ਪਈ। ਸੋ ਦਾ ਕਾਰਨ ਕੀ? ਅਸੀਂ ਪੜ੍ਹ ਲਿਖ ਕੇ ਵੀ ਕਦੇ ਆਪਣੇ ਦਾਦੇ ਪੜਦਾਦਿਆਂ ਨਾਲ ਬਹਿ ਕੇ ਉਹਨਾਂ ਨੂੰ ਪੁੱਛਿਆ ਨਹੀਂ ਵੀ ਜਦੋਂ ਤੁਸੀਂ ਦਾਦੀ ਨਾਲ ਵਿਆਹ ਕਰਾਇਆ ਸੀ, ਜਦ ਦਾਦੀ ਨੇ ਤੁਹਾਨੂੰ ਕੀ ਕਿਹਾ ਸੀ ਤੇ ਤੁਸੀਂ ਉਹਨਾਂ ਨੂੰ ਕੀ ਕਿਹਾ ਸੀ? ਕੀ ਸਾਡੇ ਦਾਦੇ ਨੇ ਦਾਦੀ ਨੂੰ ਇਹ ਕਿਹਾ ਸੀ ਮੈਂ ਤੇਰੇ ਤੋਂ ਤਲਾਕ ਲੈ ਲੂੰ? ਜੇ ਕਿਹਾ ਹੁੰਦਾ ਸ਼ਾਇਦ ਅੱਜ ਨਾ ਤੁਸੀਂ ਹੁੰਦੇ ਨਾ ਮੈਂ ਹੁੰਦਾ। ਸੋ ਬਹੁਤ ਹੀ ਮੰਦਭਾਗੀ ਗੱਲ ਹੈ ਜੇ ਅੱਜ ਅਸੀਂ ਕਿਸੇ ਕੁੜੀ ਨੂੰ ਵਿਆਹ ਤੋਂ ਬਾਅਦ ਡਾਈਵੋਰਸ ਦੀ ਜਾਂ ਤਲਾਕ ਦੀ ਧਮਕੀ ਦਿੰਦੇ ਹਾਂ। ਤੇ ਅੰਕਿਤ ਜੀ, ਇਹ ਟੌਪਿਕ ਤੁਹਾਡੇ ਜ਼ਿਹਨ ਦੇ ਵਿੱਚ ਆਇਆ ਕਿਵੇਂ? ਤੁਸੀਂ ਆਪਣੇ ਬਾਰੇ ਥੋੜ੍ਹਾ ਦੱਸੋ। ਤੁਸੀਂ ਸਟੱਡੀ ਕੰਪਲੀਟ ਕਰ ਚੁੱਕੇ ਹੋ, ਜੌਬ ਕਰ ਰਹੇ ਹੋ, ਕਿੱਥੇ ਜੌਬ ਕਰਦੇ ਹੋ? ਜੀ ਬਿਲਕੁਲ, ਮੈਂ MBA ਇਨ HR ਕਰ ਚੁੱਕਿਆ, ਪਲੱਸ ਮੈਂ 6 ਸਾਲ ਨਿਊਜ਼ੀਲੈਂਡ ਵੀ ਰਹਿ ਕੇ ਆਇਆ। ਐਂਡ ਉਸ ਤੋਂ ਬਾਅਦ ਮੈਂ ਜਦ ਵਾਪਸ ਆਇਆ, ਵਾਪਸ ਆਉਣ ਦਾ ਕਾਰਨ ਸੀ ਮੇਰੇ ਪਿਤਾ ਜੀ ਦੀ ਮੌਤ ਇੱਕ ਐਕਸੀਡੈਂਟ 'ਚ ਹੋ ਗਈ। ਉਹਦੇ ਕਰਕੇ ਮੈਨੂੰ ਹਮੇਸ਼ਾ ਲਈ ਹੀ ਇੰਡੀਆ ਦਾ ਰੁਖ ਕਰਨਾ ਪੈ ਗਿਆ, ਕਿਉਂਕਿ ਮੈਂ 3 ਭੈਣਾਂ ਦਾ ਇਕੱਲਾ ਭਰਾ, ਤੇ ਮੇਰੇ ਮਦਰ ਜਿਹੜੇ ਆ ਬਿਲਕੁਲ ਇਕੱਲੇ ਪੈ ਗਏ ਸੀ ਇੰਡੀਆ ਦੇ ਵਿੱਚ। ਸੋ ਇਸ ਲਈ ਮੈਨੂੰ ਸਾਰਾ ਕੁਝ ਉੱਥੋਂ ਵੇਚ ਵੱਟ ਕੇ ਦੁਬਾਰਾ ਤੋਂ ਜ਼ੀਰੋ ਤੋਂ ਇੱਥੇ ਆ ਕੇ ਜ਼ਿੰਦਗੀ ਸ਼ੁਰੂ ਕਰਨੀ ਪਈ। ਮੇਰੀ ਜ਼ਿੰਦਗੀ ਦੁਬਾਰਾ ਜ਼ੀਰੋ ਤੋਂ ਨਿਊਜ਼ੀਲੈਂਡ 'ਚ ਵੀ ਸ਼ੁਰੂ ਹੋਈ ਸੀ, ਵਾਪਸ ਇੱਥੇ ਆ ਕੇ ਫਿਰ ਇੰਡੀਆ ਤੋਂ ਜ਼ੀਰੋ ਤੋਂ ਸ਼ੁਰੂ ਹੋਈ। ਸੋ ਮੈਂ ਜਦ ਇੱਥੇ ਆਇਆ, ਮੈਂ 2 ਸਾਲ ਆਈਲੈਟਸ ਟੀਚ ਕੀਤਾ। ਉਸ ਤੋਂ ਬਾਅਦ ਮੈਨੂੰ ਜੈਪੁਰ ਦੀ ਇੱਕ ਮਲਟੀਨੈਸ਼ਨਲ ਕੰਪਨੀ ਆ, ਉਹਨਾਂ ਨੇ ਬੁਲਾ ਲਿਆ ਜੀ। ਸੋ ਜਦ ਮੈਂ ਉੱਥੇ ਰਿਹਾ, ਮੈਂ ਨਾਈਟ ਸ਼ਿਫਟ 'ਚ ਕੰਮ ਕਰਦਾ ਸੀ, ਵਾਈਫ ਡੇ ਸ਼ਿਫਟ 'ਚ ਕੰਮ ਕਰਦੇ ਸੀਗੇ। ਸੋ ਜਿੱਦਾਂ ਕਿ ਅੱਜ ਕੱਲ੍ਹ ਜੇ ਵੈਸਟਰਨ ਕਲਚਰ ਦਾ
ਆਪਾਂ ਨਾਮ ਲਈਏ ਤਾਂ ਸ਼ਿਫਟਾਂ ਦੇ ਵਿੱਚ ਕੰਮ ਹੁੰਦਾ ਜੀ, ਡੇ ਸ਼ਿਫਟ ਕਿਹਨੇ ਲੈਣੀ ਹੈ ਤੇ ਨਾਈਟ ਕਿਹਨੇ ਲੈਣੀ ਹੈ। ਸੋ ਬੀਇੰਗ ਅ ਮੈਨ, ਘਰ ਦਾ ਮਰਦ ਹੋਣ ਦੇ ਨਾਤੇ ਨਾਈਟ ਸ਼ਿਫਟ ਮੈਂ ਆਪਣੇ ਹਿੱਸੇ ਪਾਈ, ਵਾਈਫ ਦੀ ਸੇਫਟੀ ਲਈ ਉਹਨਾਂ ਨੂੰ ਡੇ ਸ਼ਿਫਟ ਦਵਾਈ। ਪਰ ਜਦੋਂ ਮੈਂ ਨਾਈਟ ਸ਼ਿਫਟ ਉੱਥੇ ਕੰਮ ਕਰਦਾ ਸੀ ਸਰ, ਅਨਫੋਰਚੂਨੇਟਲੀ ਇੱਕ ਪੈਨ ਦੇ ਕੈਪ ਦੇ ਉੱਪਰ ਆ ਕੇ ਮੇਰਾ ਪੈਰ ਸਲਿਪ ਹੋ ਗਿਆ ਤੇ ਮੇਰਾ ਜਿਹੜਾ ਐਂਕਲ ਸੀਗਾ ਉਹ ਬ੍ਰੇਕ ਹੋ ਗਿਆ। ਅਨਫੋਰਚੂਨੇਟਲੀ ਵਾਈਫ ਨੂੰ ਪਤਾ ਹੀ ਨਹੀਂ ਲੱਗਿਆ, ਮੈਂ ਪੂਰੀ ਰਾਤ ਹਸਪੀਟਲ 'ਚ ਐਡਮਿਟ ਰਿਹਾ। ਸਵੇਰ 8 ਵਜੇ ਉਹਨਾਂ ਨੇ ਪਲਾਸਟਰ ਕਰਕੇ ਮੈਨੂੰ ਡਿਸਚਾਰਜ ਕੀਤਾ, ਐਂਬੂਲੈਂਸ ਘਰ ਛੱਡ ਕੇ ਆਈ। ਫਿਰ ਵਾਈਫ ਨੂੰ ਪਤਾ ਚੱਲਿਆ ਕਿ ਮੈਂ ਤਾਂ ਹਸਪੀਟਲ ਸੀ ਸਾਰੀ ਰਾਤ। ਅੱਛਾ, ਇਹ ਤਜਰਬਾ ਤੁਹਾਨੂੰ ਕਿੱਥੋਂ ਮਿਲਿਆ, ਜਾਂ ਫਿਰ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਸਵਾਲ ਕੀਤਾ ਹੈ ਬਈ ਔਰਤ ਦੇ ਉੱਤੇ ਕਿਤਾਬ ਲਿਖਣਾ, ਦ ਰੀਅਲ ਸ਼ੀ ਤੁਸੀਂ ਟਾਈਟਲ ਦਿੱਤਾ ਹੈ ਜੀ ਕਿਤਾਬ ਦਾ। ਨਿਊਜ਼ੀਲੈਂਡ 6 ਸਾਲ ਲਾਏ ਨੇ, ਇਹ ਤਜਰਬਾ ਉੱਥੋਂ ਹੋਇਆ ਜਾਂ ਉੱਥੋਂ ਦੀ ਸੋਚ ਨੇ ਤੁਹਾਨੂੰ ਮਜਬੂਰ ਕੀਤਾ, ਜਾਂ ਫਿਰ ਇੱਥੇ ਆ ਕੇ ਜਦੋਂ ਜ਼ਿੰਮੇਵਾਰੀਆਂ ਪਈਆਂ ਨੇ, 3 ਭੈਣਾਂ ਦਾ ਇਕੱਲਾ ਭਰਾ, ਮਾਤਾ ਜੀ, ਤੇ ਉੱਥੋਂ ਤੁਹਾਨੂੰ ਜਜ਼ਬਾਤ ਜਾਗੇ ਵੀ ਨਹੀਂ ਮੈਂ ਇਹ ਕਿਤਾਬ ਜਾਂ ਇਹ ਟੌਪਿਕ ਛੇੜਾਂ ਤੇ ਇਸ ਕਿਤਾਬ ਬਾਰੇ ਕੁਛ ਨਾ ਕੁਛ ਜ਼ਰੂਰ ਲਿਖਾਂ? ਜੀ ਬਿਲਕੁਲ, ਜਿੱਦਾਂ ਕਿ ਮੈਂ ਇੰਟਰਵਿਊ ਸ਼ੁਰੂ ਹੁੰਦੇ ਹੀ ਕਿਹਾ ਕਿ ਮੈਂ ਸਮਾਜਿਕ ਕੁਰੀਤੀ, ਜਿਹੜੀ ਕਿ ਗੰਦੀ ਸੋਚ ਔਰਤ ਪ੍ਰਤੀ, ਉਹਨੂੰ ਨੱਥ ਪਾਉਣਾ ਮੇਰੀ ਕਿਤਾਬ ਦਾ ਵਿਸ਼ੇ ਹੈ। ਤਾਂ ਇਹਦੇ ਵਿੱਚ ਤੁਸੀਂ ਜੋ ਇੰਡੈਕਸ ਦੇਖੋਗੇ ਉਹਦੇ ਵਿੱਚ ਪਹਿਲਾ ਚੈਪਟਰ ਇਹੀ ਹੈ ਕਿ ਵਾਟ ਇਜ਼ ਲਾਈਫ, ਜ਼ਿੰਦਗੀ ਕੀ ਹੈ ਨਾ। ਜ਼ਿੰਦਗੀ ਇਹ ਹੈ ਕਿ ਹੱਸ ਖੇਡ ਕੇ ਅਸੀਂ ਆਪਣਾ ਟਾਈਮ ਵਿੱਚ ਗੁਜ਼ਾਰੀਏ, ਇੱਕ ਦੂਜੇ ਦੇ ਕੰਮ ਆਈਏ, ਸੁੱਖ ਦੁੱਖ ਦੇ ਵਿੱਚ ਉਹਨਾਂ ਦਾ ਹਿੱਸਾ ਬਣੀਏ। ਸੋ ਇਹੀ ਸਾਡੀ ਜ਼ਿੰਦਗੀ ਹੈ। ਜ਼ਿੰਦਗੀ ਇਹ ਨਹੀਂ ਹੈ ਵੀ ਮੈਂ ਪੜ੍ਹ ਲਿਖ ਗਿਆ, ਕੋਈ ਔਰਤ ਹੈ ਉਹਦੇ ਉੱਪਰ ਥੱਪੜ ਮਾਰ ਕੇ ਜਾਂ ਉਹਨੂੰ ਗਾਲਾਂ ਕੱਢ ਕੇ ਉਹ ਤਾਂ ਕੰਮ ਕਰਾ ਲਿਆ। ਨੋ, ਉਹ ਪੜ੍ਹਿਆ ਲਿਖਿਆ ਤੁਹਾਡਾ, ਮੈਂ ਕਹਿੰਦਾ ਖੂਹ ਖਾਤੇ 'ਚ ਹੈ ਜੀ। ਜੇ ਤੁਸੀਂ ਇੱਕ ਔਰਤ ਦੀ ਇੱਜ਼ਤ ਨਹੀਂ ਕਰ ਸਕਦੇ, ਜੇ ਤੁਹਾਡੀ ਮਾਂ ਜਾਂ ਤੁਹਾਡੀ ਭੈਣ ਦੀ ਕੋਈ ਇੱਜ਼ਤ ਨਾ ਕਰੇ, ਤੁਸੀਂ ਬਰਦਾਸ਼ਤ ਕਰ ਲਓਗੇ, ਤਾਂ ਫਿਰ ਇਹ ਕਿਵੇਂ ਹੋ ਸਕਦਾ ਵੀ ਜਿਹੜੀ ਤੁਹਾਡੇ ਘਰ ਔਰਤ ਜਾਂ ਬਹੂ ਬਣ ਕੇ ਆਈ ਹੈ ਜਾਂ ਤੁਹਾਡੀ ਵਾਈਫ ਬਣ ਕੇ ਆਈ ਹੈ, ਤੁਸੀਂ ਉਹਦੀ ਇੱਜ਼ਤ ਨਾ ਕਰੋ, ਉਹ ਜਾਂ ਉਹਦੇ ਘਰ ਦੇ ਬਰਦਾਸ਼ਤ ਕਰ ਲੈਣਗੇ? ਨਹੀਂ, ਜਦੋਂ ਇੱਦਾਂ ਦੀ ਗੱਲ ਹੁੰਦੀ ਹੈ, ਜਦੋਂ ਬੰਦਾ ਇੱਦਾਂ ਦੀ ਬੋਲੀ ਬੋਲਣ ਲੱਗ ਜਾਏ, ਆਮ ਤੌਰ 'ਤੇ ਮੈਂ ਘਰਾਂ ਦੀ ਗੱਲ ਕਰਦਾ ਤਾਂ ਮਾਪੇ ਵੀ ਕਹਿਣ ਲੱਗ ਜਾਂਦੇ ਨੇ ਜੋੜੂ ਦਾ ਗੁਲਾਮ ਬਣ ਗਿਆ। ਤਾਂ ਨਹੀਂ ਜੀ, ਜੋਰੂ ਦਾ ਗੁਲਾਮ ਨਹੀਂ ਜੀ, ਇੰਸਪੀਰੇਸ਼ਨ। ਪਹਿਲਾਂ ਤਾਂ 3 ਭੈਣਾਂ ਘਰੇ, ਪਹਿਲਾਂ ਤਾਂ ਦੇਖੋ ਵੱਡੀਆਂ ਮੇਰੇ ਤੋਂ ਉਹਨਾਂ ਦਾ ਵਿਆਹ ਹੋਇਆ, ਉਹਨਾਂ ਨੂੰ ਰੱਬ ਨਾ ਕਰੇ ਜਦ ਵੀ ਕਦੇ ਪ੍ਰੋਬਲਮ ਆਉਂਦੀ ਸੀ ਉਹ ਪਾਪਾ ਨੂੰ ਘੱਟ ਮੈਨੂੰ ਜ਼ਿਆਦਾ ਦੱਸਦੀਆਂ ਸੀ, ਕਿਉਂਕਿ ਉਹ ਮੇਰੇ ਕਲੋਜ਼ ਸੀ, ਪਾਪਾ ਤੋਂ ਡਰਦੀਆਂ ਸੀ। ਅਨਫੋਰਚੂਨੇਟਲੀ ਪਾਪਾ ਦੀ ਡੈਥ ਹੋ ਗਈ, ਤਾਂ ਅੱਜ ਵੀ ਉਹਨਾਂ ਦੇ ਦੀਨ ਤਿਉਹਾਰ ਮੈਂ ਹੀ ਕਰਨ ਜਾਣਾ, ਠੀਕ ਹੈ ਜੀ। ਉਹਨਾਂ ਦੀ ਖੁਸ਼ੀ ਗਮੀ ਇਹ ਸਾਰੀ ਮੇਰੀ ਜ਼ਿੰਮੇਵਾਰੀ ਹੈ। ਚਾਹੇ ਲੋਹੜੀ ਹੈ ਚਾਹੇ ਦੀਵਾਲੀ ਹੈ, ਮੈਂ 3 ਭੈਣਾਂ ਦੇ ਘਰੇ ਜਾਣਾ ਜੀ, ਭਾਵੇਂ ਦੇਰ ਜਾਵਾਂ ਭਾਵੇਂ ਸਵੇਰ ਜਾਵਾਂ, ਪਹੁੰਚਦਾ ਮੈਂ ਹਰ ਇੱਕ ਦੇ ਘਰੇ ਆ। ਸੋ ਜਦੋਂ ਉਹ ਮੈਨੂੰ ਦੱਸਦੀਆਂ ਸੀ ਵੀ ਮੇਰੀ ਮਦਰ ਇਨ ਲਾਅ ਨੇ ਮੇਰੇ ਨਾਲ ਆਹ ਬੁਰਾ ਸਲੂਕ ਕੀਤਾ ਜਾਂ ਘਰ 'ਚ ਡਿਸਕ੍ਰਿਮੀਨੇਸ਼ਨ ਹੋਈ, ਮੈਨੂੰ ਬਹੁਤ ਫੀਲ ਹੁੰਦਾ ਸੀ। ਸੋ ਮੈਂ ਮਤਲਬ ਕਿ ਵੱਡਾ ਹੁੰਦਾ ਨਾ ਇੰਨਾ ਕੁ ਪ੍ਰਿਪੇਅਰ ਹੋ ਗਿਆ ਸੀ ਆਪਦੇ ਵਿਆਹ ਲਈ ਵੀ ਮੈਂ ਸੋਚ ਲਿਆ ਸੀ ਵੀ ਮੈਂ ਆਪਦੇ ਘਰੇ ਇਹ ਚੀਜ਼ਾਂ ਨਹੀਂ ਹੋਣ ਦੇਣੀਆਂ। ਰਹਿੰਦਾ ਖੁੰਦਾ ਮੈਨੂੰ ਨਿਊਜ਼ੀਲੈਂਡ ਜਾਣ ਦਾ ਮੌਕਾ ਮਿਲਿਆ, ਜਿੱਥੇ ਕਿ ਇੱਕ ਬਰਾਬਰ ਕੰਮ ਹੋ ਕੇ ਮੈਂ ਔਰਤ ਓਨਾ ਹੀ ਟੈਕਸ ਭਰਦਾ ਦੇਖੀ ਜਿੰਨਾ ਕਿ ਇੱਕ ਮਰਦ ਭਰ ਰਿਹਾ। ਔਰਤ ਦੇ ਗੱਡੀ ਦੀ ਇੰਸ਼ੋਰੈਂਸ ਵੀ ਓਨੀ ਜਾ ਰਹੀ ਹੈ ਜਿੰਨੀ ਮੇਰੀ ਗੱਡੀ ਦੀ ਜਾ ਰਹੀ ਸੀ। ਮੈਨੂੰ ਵੀ ਉਹੀ ਬੈਨੀਫਿਟ ਤੇ ਉਹੀ ਛੁੱਟੀਆਂ ਮਿਲਦੀਆਂ ਸੀ ਜੋ ਉਹਨੂੰ ਮਿਲਦੀਆਂ ਸੀ। ਤਾਂ ਉੱਥੋਂ ਜਿਹੜਾ ਹੈ ਮੇਰੇ ਦਿਮਾਗ ਦੇ ਵਿੱਚ ਜਿਹੜੀ ਇੰਡੀਆ ਦੀ ਗੰਦਗੀ ਸੀ ਨਾ ਉਹ ਖਤਮ ਹੋ ਗਈ। ਮੇਰਾ ਦਿਮਾਗ ਜਿਹੜਾ ਹੈ ਸ਼ੁੱਧ ਹੋ ਗਿਆ ਔਰਤ ਦੇ ਪ੍ਰਤੀ ਕਿ ਉਹ ਬਰਾਬਰ ਦੀ ਹੱਕਦਾਰ ਹੈ ਹਰ ਚੀਜ਼ ਲਈ, ਜੋ ਕਿ ਇੰਡੀਅਨ ਗਵਰਨਮੈਂਟ ਵੀ ਕਹਿ ਰਹੀ ਹੈ ਅੱਜ ਕੱਲ੍ਹ, ਠੀਕ ਹੈ। ਪਰ ਇਹਨੂੰ ਪੈਰ ਦੀ ਜੁੱਤੀ ਨਾ ਸਮਝਿਆ ਜਾਵੇ। ਜੇ ਇਹਨੂੰ ਤੁਸੀਂ ਆਦਰ ਰਿਸਪੈਕਟ ਦਿਓਗੇ, ਵਧਣ ਫੁੱਲਣ ਦਾ ਕੰਮ ਕਰਨ ਦਾ ਮੌਕਾ ਦਿਓਗੇ, ਇਹ ਤੁਹਾਡੇ ਘਰੇ ਬਹਾਰ ਬਣ ਕੇ ਆਊਗੀ, ਜ਼ਹਿਰ ਬਣ ਕੇ ਨਹੀਂ ਆਉਂਦੀ। ਬਹੁਤ ਵੱਡੀ ਗੱਲ ਕਹੀ ਹੈ। ਮੈਂ ਇੰਡੈਕਸ ਪੜ੍ਹ ਰਿਹਾ ਤੁਹਾਡੀ ਕਿਤਾਬ ਦਾ, ਤੁਸੀਂ ਲਿਖਦੇ ਹੋ ਵਾਟ ਇਜ਼ ਲਾਈਫ, ਸਟਰੋਂਗ ਰਿਲੇਸ਼ਨਸ਼ਿਪ, ਲੇਅਰਸ ਐਂਡ ਪਲੇਅਰਸ, ਫਾਈਨੈਂਸ਼ੀਅਲ ਕ੍ਰਾਈਸਿਸ। ਇੱਥੇ ਆ ਕੇ ਗਰਾਰੀ ਅੜ ਜਾਂਦੀ ਹੈ ਵੀ ਜਦੋਂ ਪੈਸੇ ਵਾਲੀ ਗੱਲ ਆਉਂਦੀ ਹੈ ਨਾ, ਘਰੇ ਵੀ ਚਾਹੇ ਆਵੇ, ਖਾਸ ਕਰ ਹਸਬੈਂਡ ਵਾਈਫ ਦੇ ਵਿੱਚ, ਉਹ ਕਹਿੰਦਾ ਹਿਸਾਬ ਕਿਤਾਬ, ਉਹ ਕਹਿੰਦਾ ਮੈਂ ਨਹੀਂ ਦੇਣਾ। ਫਿਰ ਇਹਦੇ ਬਾਰੇ ਕੁਝ ਲਿਖਿਆ ਖਾਸ? ਹਾਂਜੀ ਬਿਲਕੁਲ ਲਿਖਿਆ ਜੀ। ਦੇਖੋ ਹੁਣ ਲਾਸਟ ਈਅਰ ਐਡੀ ਵੱਡੀ ਐਗਜ਼ਾਮਪਲ ਪੂਰੇ ਵਰਲਡ ਨੂੰ ਮਿਲੀ ਹੈ ਕਰੋਨਾ ਆਉਣ ਕਰਕੇ। ਬਹੁਤੇ ਆਸ਼ਿਕ, ਬਹੁਤੇ ਮਜਨੂ ਤੇ ਬਹੁਤੇ ਘਰ ਵਾਲੇ ਵਿਚਾਰੇ ਪੈਸੇ ਵਾਲੇ ਪੱਖੋਂ ਨਾ ਫਲੈਟ ਹੀ ਹੋ ਗਏ, ਠੀਕ ਹੈ ਨਾ ਜੀ। ਤਾਂ ਆਪਾਂ ਗੱਲ ਨੂੰ ਸੀਰੀਅਸ ਨਹੀਂ, ਆਪਾਂ ਹੱਸਦੇ ਸਾਰੀ ਗੱਲ ਕਰਾਂਗੇ। ਤਾਂ ਉਹ ਗੱਲ ਕੀ ਹੈ ਵੀ ਜਦੋਂ ਕਿਸੇ ਦੀ ਜੌਬ ਤੇ ਜਾਂ ਆਮਦਨੀ ਤੇ ਹੀ ਲੱਤ ਵੱਜ ਗਈ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਇਹ ਸੋਚਣਾ ਵੀ ਹੁਣ ਮੈਂ ਅਗਲਾ ਕੰਮ ਕੀ ਕਰਾਂ, ਉਹਨੂੰ ਟਾਈਮ ਤਾਂ ਲੱਗੂਗਾ। ਪਰ ਜੇ ਤੁਸੀਂ ਪੜ੍ਹੀ ਲਿਖੀ ਵਾਈਫ ਲਈ ਹੈ, ਉਹ ਟਿਊਸ਼ਨਾਂ ਪੜ੍ਹਾ ਕੇ ਜਾਂ ਸਕੂਲ 'ਚ ਜਾ ਕੇ ਵੀ ਤੁਹਾਡੇ ਘਰ ਦਾ ਗੁਜ਼ਾਰਾ ਚਲਾ ਦੂਗੀ। ਬਸ ਗੱਲ ਇਹ ਆ, ਉਹਨੂੰ ਇੱਜ਼ਤ ਦੀ 2 ਵਕਤ ਦੀ ਰੋਟੀ ਚਾਹੀਦੀ ਹੈ। ਗੱਲ ਔਰਤ ਦੀ ਇੱਜ਼ਤ ਦੀ ਹੈ, ਮੁੱਦਾ ਸਿਰਫ ਔਰਤ ਦੀ ਇੱਜ਼ਤ ਦਾ, ਹੋਰ ਕੋਈ ਨਹੀਂ ਹੈ। ਮੇਰੀ ਜ਼ਿਹਨ 'ਚ ਗੱਲ ਕਿਉਂ ਆਈ ਸੀ ਕਿਉਂਕਿ ਮੈਂ 12 ਤੋਂ 13 ਸਾਲ ਦੀ ਕੁੜੀਆਂ ਨਾਲ ਰੇਪ ਹੋਣ ਤੋਂ ਬਾਅਦ ਅੱਗ ਲਾਉਣ ਤੱਕ ਦੀਆਂ ਖਬਰਾਂ ਇੰਡੀਆ ਦੇ ਅਖਬਾਰਾਂ 'ਚ ਇੱਥੇ ਆ ਕੇ ਹੀ ਪੜ੍ਹੀਆਂ, ਬਾਹਰ ਨਹੀਂ ਪੜ੍ਹੀਆਂ। ਬਾਹਰ ਮੈਂ ਕਿਸੇ ਔਰਤ ਦਾ ਰੇਪ ਹੁੰਦਾ ਨਹੀਂ ਸੁਣਿਆ। ਉੱਥੇ ਔਰਤ ਦੀ ਮਰਜ਼ੀ ਆ, ਤੁਹਾਡੇ ਨਾਲ ਰਿਲੇਸ਼ਨਸ਼ਿਪ 'ਚ ਰਹਿਣਾ ਚਾਹੁੰਦੀ ਹੈ, ਛੱਡ ਕੇ ਜਾਣਾ ਚਾਹੁੰਦੀ ਹੈ, ਨਾ ਤਾਂ ਤੁਸੀਂ ਉਹਨੂੰ ਵਿਆਹ ਲਈ ਫੋਰਸ ਕਰ ਸਕਦੇ ਹੋ ਨਾ ਡਾਈਵੋਰਸ ਲਈ। ਔਰ ਉਹ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਆ, 4 ਤੋਂ 5 ਸਾਲ ਪਹਿਲਾਂ ਤੁਹਾਡੇ ਨਾਲ ਰਹਿੰਦੇ ਆ, ਦੇਖਦੇ ਆ ਠੀਕ ਲੱਗਦਾ ਤਾਂ ਮਾਮਲਾ ਅੱਗੇ ਜਾਂਦਾ ਵਿਆਹ ਤੱਕ, ਨਹੀਂ ਤਾਂ ਸਰ ਉੱਥੇ ਕੁਇਟ ਹੋ ਜਾਂਦਾ। ਅੱਜ ਕੱਲ੍ਹ ਇਹ ਚੀਜ਼ ਬੈਂਗਲੋਰ, ਦਿੱਲੀ, ਚੰਡੀਗੜ੍ਹ ਤੱਕ ਵੀ ਆ ਚੁੱਕੀ ਹੈ, ਮੈਟਰੋ ਸਿਟੀਜ਼ ਵਿੱਚ ਆ ਚੁੱਕੀ ਹੈ। ਅੰਕਿਤ ਜੀ, ਤੁਸੀਂ ਕਿਹਾ ਵੀ
ਪੜ੍ਹੇ ਲਿਖੇ ਵਾਈਫ ਹੋਣ ਦਾ ਫਾਇਦਾ ਇਹ ਵੀ ਹੈਗਾ ਵੀ ਜਿਵੇਂ ਹੁਣ ਲੋਕਡਾਊਨ ਦੇ ਵਿੱਚ ਹੀ ਟਿਊਸ਼ਨਸ ਚਲੋ ਸਾਡੇ ਜਿਹੜੇ ਬੈਟਰ ਆਫ ਹੁੰਦੇ ਨੇ ਹਨਾ ਤੇ ਉਹ ਟਿਊਸ਼ਨਸ ਪੜ੍ਹਾ ਕੇ ਜਾਂ ਕਿਸੇ ਵੀ ਤਰ੍ਹਾਂ ਕਮਾਈ ਵੀ ਕਰ ਸਕਦੇ ਨੇ ਹਨਾ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਬੰਦਿਆਂ ਨੇ ਕਮਾਣਾ ਹੀ ਛੱਡ ਦੇਣਾ ਹੈ। ਇਹ ਤਾਂ ਇੱਕ ਵੈਸੇ ਚਲੋ ਇੱਕ ਔਖੇ ਵੇਲੇ ਇਹ ਹੈ ਵੀ ਤੁਹਾਨੂੰ ਇੱਕ ਸਪੋਰਟ ਮਿਲ ਜਾਂਦੀ ਹੈ। ਅੱਗੇ ਤੁਸੀਂ ਲਿਖਦੇ ਹੋ ਅੰਡਰਸਟੈਂਡਿੰਗ ਹਰ ਫੀਲਿੰਗਸ, ਇਹ ਤਾਂ ਬਹੁਤ ਔਖਾ ਕੰਮ ਹੈ। ਨਹੀਂ ਜੀ, ਕੋਈ ਔਖਾ ਨਹੀਂ ਹੈ। ਨਾਲ ਰਹਿ ਕੇ ਦੇਖੋ, ਉਹ ਜਦੋਂ ਤੁਹਾਡੇ ਕਲੋਜ਼ ਹੋ ਗਈ, ਉਹ ਤੁਸੀਂ ਉਹਦੇ ਕਲੋਜ਼ ਹੋ ਗਏ, ਤੁਹਾਨੂੰ ਤਾਂ ਵੈਸੇ ਉਹਦੇ ਫੇਸ ਐਕਸਪ੍ਰੈਸ਼ਨ ਤੋਂ ਪਤਾ ਲੱਗ ਜਾਣਾ ਵੀ ਉਹਨੇ ਚਾਹੁੰਦੀ ਕੀ ਹੈ। ਜੇ ਤੁਸੀਂ ਕੰਟੀਨਿਊਸਲੀ ਟੀਵੀ ਦੇਖ ਰਹੇ ਹੋ ਤੇ ਉਹਦੀਆਂ ਅੱਖਾਂ ਬੰਦ ਹੋ ਰਹੀਆਂ, ਮੈਨੂੰ ਲੱਗਦਾ ਸਮਝਣਾ ਔਖਾ ਨਹੀਂ ਵੀ ਹੁਣ ਉਹਨੂੰ ਨੀਂਦ ਆ ਰਹੀ ਹੈ, ਮੈਂ ਟੀਵੀ ਬੰਦ ਕਰਦਾ। ਅੱਛਾ, ਇਹ ਜਿਹੜੇ ਤੁਸੀਂ ਆਈਡੀਆਜ਼ ਦੇ ਰਹੇ ਹੋ ਜਾਂ ਟਿਪਸ ਦੇ ਰਹੇ ਹੋ, ਇਹ ਵਿਆਹੇ ਹੋਏ ਲੋਕਾਂ ਲਈ ਹੈਗੇ ਨੇ ਜਾਂ ਕੁਆਰਿਆਂ ਲਈ ਵੀ ਹੈਗੇ ਨੇ? ਦੇਖੋ ਜੀ, ਜਿਨ੍ਹਾਂ ਦੀ ਗਰਲਫ੍ਰੈਂਡ ਹੈਗੀ ਉਹ ਵੀ ਸਮਝ ਜਾਣਗੇ ਤੇ ਜਿਨ੍ਹਾਂ ਦੀ ਵਾਈਫ ਹੈਗੀ ਉਹ ਤਾਂ ਵਿਚਾਰੇ ਟ੍ਰੇਨਡ ਹੀ ਹੈ। ਕਿਉਂਕਿ ਜਿਨ੍ਹਾਂ ਦੀ ਗਰਲਫ੍ਰੈਂਡਸ ਹੈਗੀਆਂ ਮੇਰੇ ਖਿਆਲ 'ਚ ਉਹਨਾਂ ਨੂੰ ਅੰਡਰਸਟੈਂਡ ਕਰਨਾ ਫੀਲਿੰਗਸ ਨੂੰ ਬੜਾ ਔਖਾ ਹੋ ਜਾਂਦਾ ਕਈ ਵਾਰ ਤਾਂ। ਸਰ ਤੁਸੀਂ ਮਤਲਬ ਕੁਆਰਿਆਂ ਵਾਲੀ ਜ਼ਿਆਦਾ ਫੋਕਸ ਕਰ ਰਹੇ ਹੋ। ਤੇ ਲੇਕਿਨ ਮੈਂ ਤਾਂ ਪੁੱਛ ਰਿਹਾ ਕਿਉਂਕਿ ਇਹ ਵਿਚਾਰੇ ਉਹ ਵੀ ਦੇਖ ਰਹੇ ਹੋਣਗੇ, ਬੜੀ ਆਸ ਨਾਲ ਦੇਖ ਰਹੇ ਹੋਣਗੇ, ਸ਼ਾਇਦ ਅੰਕਿਤ ਭਾਜੀ ਕੋਈ ਸਾਨੂੰ ਟਿਪਸ ਦੇਣ। ਹਾਂ ਬਿਲਕੁਲ ਜੀ, ਸਿਰਫ ਘੁਮਾਉਣਾ ਫਿਰਾਉਣਾ ਜਾਂ ਫਿਲਮਾਂ ਦਿਖਾਉਣਾ ਹੀ ਰਿਲੇਸ਼ਨਸ਼ਿਪ ਨਹੀਂ ਹੁੰਦਾ। ਸੁੱਖ ਦੁੱਖ 'ਚ ਖੜਨਾ, ਇੱਕ ਦੂਜੇ ਦੀ ਬਾਂਹ ਬਣਨਾ, ਢਾਹ ਬਣਨਾ, ਉਹ ਜ਼ਿਆਦਾ ਸਟਰੋਂਗ ਰਿਲੇਸ਼ਨਸ਼ਿਪ ਹੈ। ਇੱਕ ਦੂਜੇ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਨਾ, ਕਦੇ ਪੈਸੇ ਨਾਲ ਹੈਲਪ ਕਰਕੇ ਦੇਖਿਓ, ਤੁਹਾਡੀ ਵੈਲਿਊ ਪਹਿਲਾਂ ਨਾਲੋਂ 10 ਗੁਣਾ ਜ਼ਿਆਦਾ ਵਧੇਗੀ, ਘਟਦੀ ਨਹੀਂ ਹੈ। ਹਾਂ, ਲੇਕਿਨ ਤੁਸੀਂ ਅੱਗੇ ਨਾਲ ਇਹ ਵੀ ਲਿਖਦੇ ਹੋ ਬਟ ਇਫ ਸ਼ੀ ਵਿਲ ਸਟਾਰਟ ਚੀਟਿੰਗ। ਗੱਲ ਤਾਂ ਇੱਥੇ ਵੀ ਆ ਕੇ ਖੜ ਜਾਂਦੀ ਹੈ, ਇੱਥੇ ਕਿ ਬੜੇ ਪੰਗੇ ਪੈਂਦੇ ਆ। ਰਫੜ ਤਾਂ ਸਾਰਾ ਇਹੀ ਹੈ ਵੀ ਜਦੋਂ ਕਹਿੰਦੇ ਧੋਖਾ ਮਿਲ ਜਾਵੇ ਫਿਰ ਸਰ ਫਿਰ ਤੁਹਾਨੂੰ ਪਤਾ ਲੱਗ ਜੂ ਨਾ, ਜਦੋਂ ਤੁਹਾਡੇ ਤੋਂ ਦੂਰੀ ਬਣਾਉਣ ਲੱਗ ਗਈ, ਤੁਹਾਨੂੰ ਕੁਝ ਤਾਂ ਸਮਝ ਆਉਣ ਲੱਗ ਜੂਗਾ। ਜਦੋਂ ਤੁਹਾਨੂੰ ਟਾਈਮ ਦੇਣੋਂ ਹਟ ਗਈ, ਤੁਹਾਡੇ ਮਿਲਣ ਬਣਾਉਣ ਤੇ ਉਹਨੇ ਨਾ ਕਰਤੀ, ਨਾ ਤੁਹਾਡੇ ਨਾਲ ਉਹ ਡਿਨਰ ਤੇ ਜਾ ਰਹੀ ਹੈ, ਨਾ ਤੁਹਾਡੇ ਨਾਲ ਉਹ ਫਿਲਮ ਦੇਖਣ ਜਾ ਰਹੀ ਹੈ, ਨਾ ਤੁਹਾਡੇ ਨਾਲ ਉਹ ਸ਼ਾਪਿੰਗ ਤੇ ਜਾ ਰਹੀ ਹੈ, ਸਰ ਫਿਰ ਤੁਹਾਨੂੰ ਵੀ ਮੈਨੂੰ ਲੱਗਦਾ ਸਮਝਣਾ ਔਖਾ ਨਹੀਂ ਵੀ ਛੇਤੀ ਕਿਸੇ ਹੋਰ ਦੀ ਗੱਡੀ 'ਚ ਜਾਂਦੀ ਦਿਖੂਗੀ। ਬਿਲਕੁਲ ਸਹੀ। ਲੇਕਿਨ ਦੇਖੋ, ਮੈਂ ਹੁਣ ਪੜ੍ਹਿਆ ਧਿਆਨ ਨਾਲ ਵੀ ਤੁਸੀਂ ਮੈਨੂੰ ਤਾਂ ਪੁੱਛਿਆ ਵੀ ਇਹ ਜਿਹੜੇ ਅਨਮੈਰਿਡ ਨੇ, ਬੈਚਲਰਸ ਲਈ ਪੁੱਛ ਰਿਹਾ ਮੈਂ ਜਾਂ ਫਿਰ ਵਿਆਹਾਂ ਲਈ। ਤੁਸੀਂ ਸਭ ਤੋਂ ਲਾਸਟ ਵਿੱਚ ਲਿਖਿਆ ਜੀ ਸਿੰਗਲ ਗॉट ਮਿੰਗਲਡ। ਪਹਿਲਾਂ ਤੁਸੀਂ ਕਹਾਣੀਆਂ ਸਾਰੀਆਂ ਮੇਰੇ ਖਿਆਲ ਕੁਆਰੀਆਂ ਲਈ ਲਿਖੀਆਂ। ਸਰ ਇਹ ਜਿਹੜਾ ਚੈਪਟਰ ਹੈ ਸਿੰਗਲ ਗॉट ਮਿੰਗਲ, ਉਹ ਇਹਦੇ ਲਈ ਹੈ ਵੀ ਜਦੋਂ ਇੱਕ ਕੁਆਰੇ ਬੰਦੇ ਦੀ ਜ਼ਿੰਦਗੀ 'ਚ ਉਹਦਾ ਲਾਈਫ ਪਾਰਟਨਰ ਜਾਂ ਉਹਦਾ ਬੈਟਰ ਹਾਫ ਆਉਂਦਾ ਹੈ ਤਾਂ ਕੀ ਚੇਂਜਸ ਆਉਂਦੇ ਨੇ, ਕਿੰਨਾ ਜੋਇਫੁਲ ਉਹ ਫੀਲ ਕਰਦਾ ਹੈ, ਕਿੰਨਾ ਹੋਪਫੁਲ ਉਹ ਫੀਲ ਕਰਦਾ ਹੈ। ਦਿਲ 'ਚ ਜਿਹੜੀਆਂ ਉਮੰਗਾਂ ਜਾਂ ਤਰੰਗਾਂ ਹੁੰਦੀਆਂ ਉਹ ਪੇਜ 'ਤੇ ਨਹੀਂ ਲਿਖੀਆਂ ਜਾਂਦੀਆਂ, ਉਹ ਬਸ ਇੱਕ ਫੀਲਿੰਗ ਹੁੰਦੀਆਂ, ਉਹ ਫੇਸ 'ਤੇ ਖੁਸ਼ੀ ਦੇਖ ਕੇ ਪੜ੍ਹੀਆਂ ਜਾ ਸਕਦੀਆਂ ਨੇ। ਨਹੀਂ, ਬਹੁਤ ਵਧੀਆ, ਸਹੀ ਗੱਲ ਹੈ। ਮੈਂ ਕਈ ਵਾਰ ਜੋ ਫੀਲਿੰਗਸ ਨੇ ਉਹਨਾਂ ਨੂੰ ਬਿਆਨ ਕਰਨਾ ਬੜਾ ਔਖਾ ਹੋ ਜਾਂਦਾ ਜਾਂ ਲਿਖਣਾ ਵੀ ਬੜਾ ਔਖਾ ਹੋ ਜਾਂਦਾ। ਲੇਕਿਨ ਤੁਸੀਂ ਅੱਗੇ ਇਹ ਵੀ ਲਿਖਦੇ ਹੋ ਅੰਕਿਤ ਜੀ, ਲਾਕਡਾਊਨ ਔਰ ਨੌਕਡਾਊਨ, ਇਹ ਇਸ਼ਾਰਾ ਕਿਹਦੇ ਵੱਲ ਹੈ? ਸਰ ਇਹ ਇਸ਼ਾਰਾ ਹੈ ਜੀ ਇੰਡੀਆ ਦੀ ਗਵਰਨਮੈਂਟ ਵੱਲ। ਲਾਕਡਾਊਨ ਜ਼ਰੂਰ ਲੱਗਿਆ ਪਰ ਉਹ ਲਾਕਡਾਊਨ ਨੇ ਸਾਨੂੰ ਨੌਕਡਾਊਨ ਹੀ ਕੀਤਾ। ਕਿਉਂਕਿ ਜੇ ਅਸੀਂ ਵੈਸਟਰਨ ਦੀ ਗੱਲ ਕਰੀਏ, ਵੈਸਟ ਦੇ ਵਿੱਚ ਨਿਊਜ਼ੀਲੈਂਡ, ਕੈਨੇਡਾ, ਆਸਟ੍ਰੇਲੀਆ ਨੇ ਆਪਣੇ ਸਿਟੀਜ਼ਨਸ ਨੂੰ $500 ਤੋਂ $550 ਵੀਕਲੀ ਉਹਨਾਂ ਦੇ ਅਕਾਊਂਟ 'ਚ ਪਾਇਆ, ਜੋ ਕਿ ਇੰਡੀਆ ਦਾ 25 ਤੋਂ 25 ਹਜ਼ਾਰ ਰੁਪਇਆ ਬਣਦਾ ਹੈ, ਰਾਈਟ। ਬਟ ਇੰਡੀਆ ਦੇ ਵਿੱਚ ਕੀ ਸੀਗਾ, ਸਿਰਫ ਉਹ ਗਰੀਬ ਵਾਲਿਆਂ ਨੂੰ $500 ਰੁਪਇਆ ਆਇਆ ਜਿਹੜੇ ਕਿ SCBC ਕੈਟਾਗਰੀ ਜਾਂ BPL ਕਾਰਡ ਵਾਲੇ ਸੀ। ਕੀ ਗੱਲ ਬਈ, ਜਰਨਲ ਵਾਲਿਆਂ ਨੂੰ ਭੁੱਖ ਨਹੀਂ ਲੱਗਦੀ? ਸਾਡੇ ਢਿੱਡ ਨਹੀਂ ਲੱਗੇ? ਅਸੀਂ ਬਾਜ਼ਾਰ ਜਾ ਕੇ ਕੁਝ ਖਰੀਦਦੇ ਨਹੀਂ ਆ? ਅਸੀਂ ਵੀ ਤਾਂ ਖਰੀਦਦੇ ਸੀ। ਜੇ ਅਸੀਂ ਗੌਰਮੈਂਟ ਨੂੰ ਵੋਟ ਪਾਉਣ ਦਾ ਹੱਕ ਰੱਖਦੇ ਹਾਂ, ਟੈਕਸ ਦੇਣ ਦਾ ਹੱਕ ਰੱਖਦੇ ਹਾਂ, ਸਾਡੀ ਹਰ ਚੀਜ਼ ਤੇ GST VAT ਸਭ ਕੁਝ ਲੱਗਦਾ ਹੈ, ਹਰ ਚੀਜ਼ ਸਾਨੂੰ ਬਿੱਲ ਤੇ ਟੈਕਸ ਦੇ ਨਾਲ ਲਿਖੀ ਆਉਂਦੀ ਹੈ, ਤਾਂ ਕਿਉਂ ਅਸੀਂ ਉਹ ਸਰਕਾਰ ਤੋਂ ਉਹਦਾ ਹੱਕ ਨਹੀਂ ਮੰਗ ਸਕਦੇ ਕਿ ਸਰ ਸਾਨੂੰ ਵੀ ਇਹ ਓਨੇ ਹੀ ਪੈਸੇ ਦੇਣ ਜਿੰਨੇ ਬਾਹਰ ਮਿਲ ਰਹੇ? ਸਾਡਾ ਪੰਜਾਬ ਦਾ ਨੌਜਵਾਨ ਜਾਂ ਪਨੀਰੀ ਬਾਹਰ ਕਿਉਂ ਗਈ ਹੈ ਸਰ? 4 ਚੰਗੀਆਂ ਸਹੂਲਤਾਂ ਤੇ 5 ਮੋਟੇ ਪੈਸੇ ਆ। 5 ਸਾਲ ਲਾ ਕੇ ਉਹ ਬੰਦਾ ਸਿਟੀਜ਼ਨ ਵੀ ਹੋ ਜਾਂਦਾ ਤੇ ਘਰ ਵੀ ਲੈ ਲੈਂਦਾ, ਗੱਡੀ ਵੀ ਸੋਹਣੀ ਹੁੰਦੀ ਹੈ। ਆਉਣ ਵਾਲੇ 5 ਸਾਲਾਂ 'ਚ ਨਾ ਉਹਦੇ ਬੱਚੇ ਇੰਨੇ ਸੌਖੀ ਲਾਈਫ ਲੀਡ ਕਰ ਰਹੇ ਹੁੰਦੇ ਆ ਵੀ ਇੰਡੀਆ ਉਹਨਾਂ ਨੂੰ ਫਨ ਲੱਗਣ ਲੱਗ ਜਾਂਦਾ ਵੀ ਆਰ ਜਸਟ ਗੋਇੰਗ ਫॉर ਵਕੇਸ਼ਨਸ ਇਨ ਇੰਡੀਆ। ਪਰ ਇੰਡੀਆ 'ਚ ਇਹ ਚੀਜ਼ ਕਦੇ ਨਹੀਂ ਹੋਈ ਵੀ ਅਸੀਂ ਬਾਹਰ ਨੂੰ ਵਕੇਸ਼ਨ ਬਣਾ ਕੇ ਚੱਲੀਏ। ਕਾਰਨ ਕੀ ਹੈ ਵੀ ਕਾਲਾ ਧਨ ਇਸ ਬੈਂਕ 'ਚ ਪਿਆ, ਇੰਡੀਆ ਦੀ ਡਿਵੈਲਪਮੈਂਟ ਤੇ ਲੱਗ ਨਹੀਂ ਰਿਹਾ। ਨੌਜਵਾਨ ਨੌਕਰੀ ਲਈ ਧੱਕੇ ਖਾ ਰਿਹਾ। ਇੱਕ MA MPhil PhD ਬੰਦਾ 7500 ਰੁਪਏ ਤੇ ਨੌਕਰੀ ਕਰ ਰਿਹਾ। ਇਹ ਇੰਡੀਆ ਦੀ ਤਰਾਸਦੀ ਨਹੀਂ ਤਾਂ ਹੋਰ ਕੀ ਹੈ? ਵਾਕਈ ਮਗੀ ਸਹੀ ਗੱਲਾਂ ਨੇ ਜੋ ਕੀਤੀਆਂ ਨੇ ਅੰਕਿਤ ਜੀ ਨੇ। ਅੰਕਿਤ ਜੀ ਵੈਸੇ ਦੇਖੋ, ਕਹਿੰਦੇ ਨੇ ਜਿਹੜੇ ਪੰਜਾਬੀ ਹੁੰਦੇ ਨੇ, ਪੰਜਾਬੀ ਹਮੇਸ਼ਾ ਚੋਟੀ ਦੇ ਕੰਮ ਨੂੰ ਹੀ ਹੱਥ ਪਾਉਂਦੇ ਨੇ। ਉਹ ਕਿਹੜਾ ਕੰਮ ਹੈ ਪੰਜਾਬੀਆਂ ਨੇ ਜਿਹੜਾ ਨਹੀਂ ਕੀਤਾ? ਅੰਕਿਤ ਜੀ ਨੇ ਵੀ ਉਹ ਕੰਮ ਕੀਤਾ ਹੈ ਜੋ ਅਸੰਭਵ ਜਿਹਨੂੰ ਕਹਿੰਦੇ ਨੇ। ਕਿਸੇ ਵੀ ਔਰਤ ਨੂੰ ਸਮਝ ਪਾਉਣਾ ਮੇਰੇ ਖਿਆਲ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਪਹੇਲੀ ਹੈ। ਉਹ ਪਹੇਲੀ ਅੰਕਿਤ ਜੀ ਨੇ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਅੰਕਿਤ ਜੀ, ਮੁੰਡਿਆਂ ਨੇ ਨਾਰਾਜ਼ ਬੜਾ ਹੋਣਾ ਹੈ। ਤੁਸੀਂ ਕੁੜੀਆਂ ਦਾ ਦਰਦ ਦਾ ਸਮਝ ਲਿਆ, ਹੁਣ ਕੀ ਮੁੰਡੇ ਆਸ ਲਾ ਕੇ ਬੈਠਣ ਕਿ ਅਗਲੀ ਕਿਤਾਬ ਦਾ ਟਾਈਟਲ ਹੋਏਗਾ ਦ ਰੀਅਲ ਹੀ? ਸਰ ਤੁਸੀਂ ਕੁੜੀਆਂ ਦੀ ਨਜ਼ਰ 'ਚ ਹੀਰੋ ਬਣ ਜਾਓ, ਤੁਸੀਂ ਆਪਣੇ ਆਪ ਹੀ ਦ ਰੀਅਲ ਕਿੰਗ ਬਣ ਜਾਓਗੇ। ਜੇ ਤੁਸੀਂ ਉਹਨਾਂ ਨੂੰ ਸਮਝੋਗੇ, ਸਪੋਰਟ ਕਰੋਗੇ। ਜੇ 2 ਦਿਨ ਉਹ ਬਿਮਾਰ ਹੈ ਉਹਦੇ ਨਾਲ ਹੱਥ ਵਟਾਓਗੇ ਨਾ ਕੰਮ, ਹਰ ਕੰਮ 'ਚ, ਨਾਟ ਈਵਨ ਕਿ ਕਿਚਨ ਦੇ ਹੀ ਕੰਮ 'ਚ, ਕੁਕਿੰਗ ਨਹੀਂ ਵੀ ਆਉਂਦੀ ਕੋਈ ਗੱਲ ਨਹੀਂ,
ਉਹਨਾਂ ਨੂੰ ਰॉ ਮਟੀਰੀਅਲ ਹੀ ਫ੍ਰਿਜ ਚੋਂ ਕੱਢ ਕੇ ਦੇ ਦਿਓ ਤਾਂ ਇੰਨੇ 'ਚ ਹੀ ਖੁਸ਼ ਹੋ ਜਾਂਦੀਆਂ ਨੇ। ਨਹੀਂ, ਲੇਕਿਨ ਅਤਿਆਚਾਰ ਤਾਂ ਵਿਚਾਰੇ ਮੁੰਡਿਆਂ ਨਾਲ ਵੀ ਬੜਾ ਹੁੰਦਾ ਹੈ। ਕਈ ਅਜਿਹੇ ਕੇਸ ਵੀ ਸਾਹਮਣੇ ਆਏ ਨੇ, ਕਿਉਂਕਿ ਇੱਥੇ ਸਾਡੇ ਦੇਸ਼ ਦੇ ਵਿੱਚ ਤੁਸੀਂ ਸਿਸਟਮ ਦੀ ਗੱਲ ਕੀਤੀ ਹੈ, ਵੂਮਨ ਕਮਿਸ਼ਨ ਹੈਗਾ ਹੈ, ਪਰ ਮੈਨ ਕਮਿਸ਼ਨ ਹੈ ਹੀ ਨਹੀਂ, ਅੱਜ ਤੱਕ ਬਣਿਆ ਹੀ ਨਹੀਂ। ਕੀ ਗੱਲ ਮੁੰਡਿਆਂ ਨਾਲ ਬੰਦਿਆਂ ਨਾਲ ਅਤਿਆਚਾਰ ਨਹੀਂ ਹੁੰਦਾ? ਨਹੀਂ ਸਰ, ਬਿਲਕੁਲ ਹੁੰਦਾ ਜੀ, ਬਿਲਕੁਲ ਹੁੰਦਾ। ਐਂਡ ਜਿਹੜਾ ਇਮੋਸ਼ਨਲ ਬ੍ਰੇਕਡਾਊਨ ਹੈ ਉਹ ਤਾਂ ਕਿਸੇ ਵੀ ਜਗ੍ਹਾ ਕਿਸੇ ਨਾਲ ਵੀ ਹੋ ਸਕਦਾ ਹੈ, ਔਰ ਮੈਨੂੰ ਉਸ ਚੀਜ਼ ਲਈ ਹਮਦਰਦੀ ਹੈ। ਔਰ ਮੇਰੀ ਬੇਨਤੀ ਇੱਕੋ ਹੀ ਹੈ ਵੀ ਕੋਈ ਵੀ ਕੁੜੀ ਕਿਸੇ ਵੀ ਮੁੰਡੇ ਨੂੰ ਜਾਂ ਲਾਈਫ ਪਾਰਟਨਰ ਨੂੰ ਚੀਟ ਕਰਕੇ ਨਾ ਜਾਵੇ। ਮੁੰਡੇ ਇੰਨੇ ਸੈਂਸਿਟਿਵ ਹੁੰਦੇ ਆ, ਜਿਹਨੂੰ ਪਿਆਰ ਕਰਦੇ ਆ ਦਿਲੋਂ ਕਰਦੇ ਆ, ਵੈਰ ਕਰਦੇ ਆ ਤਾਂ ਵੀ ਦਿਲੋਂ ਕਰਦੇ ਆ, ਤੇ ਫਿਰ ਜੇ ਛੱਡ ਕੇ ਜਾਂਦੇ ਆ ਤਾਂ ਦਿਲੋਂ ਛੱਡ ਕੇ ਜਾਂਦੇ ਆ, ਕਈ ਸੁਸਾਈਡ ਤੱਕ ਵੀ ਕਰ ਲੈਂਦੇ ਆ। ਸੋ ਉਹ ਬੜੀ ਅਫਸੋਸ ਦੀ ਗੱਲ ਹੈ। ਪਰ ਕੁੜੀ ਨੂੰ ਇੰਨਾ ਕੁ ਮੁੰਡੇ ਨੂੰ ਡਾਊਨ ਨਹੀਂ ਕਰਕੇ ਜਾਣਾ ਚਾਹੀਦਾ ਵੀ ਉਹ ਸੁਸਾਈਡ ਤੱਕ ਕਰ ਲੇ। ਜੇ ਤੇਰੀ ਪਸੰਦ ਦਾ ਮੁੰਡਾ ਉਹ ਨਹੀਂ ਹੈ ਤਾਂ ਉਹਨੂੰ ਰਿਲੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਬਈ ਕੁੜੀ ਕਹਿ ਦੇ ਵੀ ਬਈ ਮੈਂ ਤੇਰੇ ਨਾਲ ਕੱਟ ਨਹੀਂ ਸਕਦੀ, ਮੇਰੇ ਸੁਪਨਿਆਂ ਦਾ ਰਾਜਕੁਮਾਰ ਕੋਈ ਹੋਰ ਹੈ। ਸ਼ਾਇਦ ਉਹ ਸੁਸਾਈਡ ਤੱਕ ਨਹੀਂ ਜਾਊਗਾ, 2 ਦਿਨ ਨਾਰਾਜ਼ ਰਹੂ, ਤੀਜੇ ਦਿਨ ਮੂਡ ਚਿੱਲ ਹੋ ਜਾਊਗਾ ਉਹਦਾ। ਆਪਣੇ ਨਾਲ ਤਾਂ ਨਹੀਂ ਹੋਇਆ ਕਦੇ? ਨਹੀਂ ਜੀ ਨਹੀਂ, ਲੋੜ ਹੀ ਨਹੀਂ ਪਈ। ਚਲੋ ਉਮੀਦ ਕਰਾਂਗੇ ਕਿ ਅੰਕਿਤ ਜੀ ਦੀ ਅਗਲੀ ਕਿਤਾਬ ਜਿਹੜੀ ਹੋਏਗੀ ਉਹ ਮੁੰਡਿਆਂ ਲਈ ਜ਼ਰੂਰ ਹੋਵੇ, ਲੇਕਿਨ ਇਹ ਕਿਤਾਬ ਤੁਸੀਂ ਜ਼ਰੂਰ ਪੜ੍ਹੋ। ਜਿਵੇਂ ਅੰਕਿਤ ਜੀ ਨੇ ਵੀ ਕਿਹਾ ਹੈ ਵੀ ਮੁੰਡੇ ਜਿਹੜਾ ਕੰਮ ਕਰਦੇ ਨੇ ਉਹ ਦਿਲੋਂ ਕਰਦੇ ਨੇ। ਸੁਸਾਈਡ ਵਾਲੀ ਗੱਲ ਤੋਂ ਮੈਂ ਇੱਕ ਅਪੀਲ ਕਰਾਂਗਾ ਵੀ ਇਦਾਂ ਦਾ ਕੰਮ ਕੋਈ ਵੀ ਨਾ ਕਰਿਓ। ਤੇ ਦੂਜੀ ਗੱਲ, 5 ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ। ਇਹ ਨਾ ਕਿਹੋ ਵੀ ਅੰਕਿਤ ਸ਼ਰਮਾ ਜੀ ਨੇ ਠੱਪਾ ਲਾਇਆ ਸੀ, ਮੁੰਡੇ ਸਾਰੇ ਦਿਲੋਂ ਕੰਮ ਕਰਦੇ ਨੇ, ਤੇ ਕਿਤੇ ਹੋਰ ਤੁਸੀਂ ਧੋਖਾ ਖਾ ਕੇ ਬੈਠੋ। ਆਪਣਾ ਦਿਮਾਗ ਵੀ ਜ਼ਰੂਰ ਲਾਓ, ਦਿਖਾਵੇ ਤੇ ਨਾ ਚਾਹੋ। ਬਾਕੀ ਅੰਕਿਤ ਜੀ ਨੂੰ ਬਹੁਤ ਸ਼ੁਭ ਇੱਛਾਵਾਂ। ਅੰਕਿਤ ਜੀ ਬਹੁਤ ਬਹੁਤ ਮੁਬਾਰਕਾਂ ਕਿਤਾਬ ਦੇ ਲਈ। ਤੇ ਉਮੀਦ ਹੈ ਕਿ ਸਾਡੇ ਜਿਹੜੇ ਨੌਜਵਾਨ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਜੋ ਟਿਪਸ ਅੰਕਿਤ ਜੀ ਨੇ ਦਿੱਤੇ ਨੇ ਉਹ ਸਹੀ ਲੱਗੇ ਹੋਣਗੇ। ਜੇ ਤੁਸੀਂ ਹੋਰ ਵੀ ਟਿਪਸ ਲੈਣਾ ਚਾਹੁੰਦੇ ਹੋ ਤਾਂ ਇਹ ਕਿਤਾਬ ਜਿਹੜੀ ਹੈ ਦ ਰੀਅਲ ਸ਼ੀ ਉਹ ਜ਼ਰੂਰ ਤੁਸੀਂ ਪੜ੍ਹੋ। ਤੇ ਲੈਣੀ ਕਿੱਥੋਂ ਹੈ ਅੰਕਿਤ ਜੀ? ਸਰ ਇਹ ਹਾਰਡ ਕਾਪੀਜ਼ ਅਵੇਲੇਬਲ ਨੇ ਜੀ। ਇਸ ਬੁੱਕ ਦੇ ਪਿੱਛੇ ਹੀ ਮੇਰਾ ਐਡਰੈਸ, ਫੋਨ ਨੰਬਰ ਪਲੱਸ ਵਿਜ਼ਿਟਿੰਗ ਕਾਰਡ ਪ੍ਰਿੰਟਡ ਰੂਪ ਦੇ ਵਿੱਚ ਸਭ ਨੂੰ ਅਪੀਅਰ ਹੋ ਰਿਹਾ ਹੋਏਗਾ। ਸੋ ਤੁਸੀਂ ਮੈਨੂੰ ਫੋਨ ਕਰਕੇ ਅਪੀਲ ਕਰ ਸਕਦੇ ਹੋ ਕਿ ਇਹ ਬੁੱਕ ਇੱਥੇ ਇੰਨੀ ਕੁਆਂਟੀਟੀ ਦੇ ਵਿੱਚ ਚਾਹੀਦੀ ਹੈ, ਉਹ ਬੁੱਕ ਉੱਥੇ ਪਹੁੰਚਦੀ ਹੋ ਜਾਏਗੀ। ਰੀਸੈਂਟਲੀ ਮੈਨੂੰ ਜੈਪੁਰ ਤੋਂ ਇੱਕ ਆਰਡਰ ਆਇਆ ਰਾਤ ਹੀ, ਸੋ ਮੈਂ ਇੱਥੋਂ ਫ੍ਰੀ ਹੋ ਕੇ ਸਰ ਉਹਨਾਂ ਦਾ ਆਰਡਰ ਜਿਹੜਾ ਭੁਗਤਾਊਂਗਾ। ਤੇ ਐਂਡ ਉਸ ਤੋਂ ਬਾਅਦ 2 ਆਰਡਰ ਕੈਨੇਡਾ ਦੇ ਨੇ ਤੇ 1 ਨਿਊਜ਼ੀਲੈਂਡ ਦਾ ਵੀ ਹੈ। ਚਲੋ ਬਹੁਤ ਮੁਬਾਰਕਾਂ, ਪਰਮਾਤਮਾ ਤਰੱਕੀਆਂ ਦੇਵੇ। ਤੇ ਉਮੀਦ ਹੈ ਕਿ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਕਈ ਲੋਕਾਂ ਦੀ ਜ਼ਿੰਦਗੀ, ਕਈ ਕਪਲਸ ਦੀ ਜ਼ਿੰਦਗੀ ਸੁਖੀ ਹੋ ਜਾਵੇ, ਚੰਗੀ ਹੋ ਜਾਵੇ, ਇਸੇ ਉਮੀਦ ਦੇ ਨਾਲ। ਲੇਕਿਨ ਮੈਂ ਇੱਕ ਵਾਰ ਫੇਰ ਕਹਾਂਗਾ ਵੀ ਅੰਕਿਤ ਸ਼ਰਮਾ ਜੀ ਨੇ ਚੋਟੀ ਦੇ ਕੰਮ ਨੂੰ ਹੱਥ ਪਾਇਆ ਹੈ। ਕਹਿੰਦੇ ਨੇ ਬੜਾ ਔਖਾ ਹੁੰਦਾ ਹੈ ਔਰਤਾਂ ਨੂੰ ਸਮਝਣਾ, ਤੇ ਇਹਨਾਂ ਨੇ ਕਿਤਾਬ ਹੀ ਲਿਖ ਛੱਡੀ ਹੈ ਔਰਤਾਂ ਤੇ। ਸ਼ੁਭ ਇੱਛਾਵਾਂ ਇਹਨਾਂ ਨੂੰ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।